ਇਸ ਵੇਲੇ ਗੱਲਬਾਤ ਚੱਲ ਰਹੀ ਹੈ ਰਚਨਾ ਸਿੰਘ ਹੁਣਾਂ ਦੇ ਨਾਲ। ਪਿਛਲੇ ਹਿੱਸੇ ਦੇ ਵਿੱਚ ਕੁਝ ਗੱਲਾਂ ਤੁਸੀਂ ਇਹਨਾਂ ਬਾਰੇ ਸੁਣੀਆਂ ਕਿ ਕਿਵੇਂ ਇਹ ਪੋਲਿਟਿਕਸ ਦੇ ਵਿੱਚ ਆਏ, ਪਰ ਹੁਣ ਜਿਹੜੀ ਗੱਲਬਾਤ, ਅਗਲੀ ਗੱਲਬਾਤ, ਜਿਵੇਂ ਮੈਂ ਪਹਿਲਾਂ ਕਿਹਾ ਸੀ ਪਿਛਲੇ ਹਿੱਸੇ ਦੇ ਵਿੱਚ ਕਿ ਪੋਲੀਟੀਕਲ ਗੱਲਬਾਤ ਨਹੀਂ ਹੋਣੀ, ਪਰ ਇਹਨਾਂ ਨੇ ਬੜਾ ਕਲੀਅਰ ਕਰ ਦਿੱਤਾ ਕਿ ਪੋਲਿਟਿਕਸ ਕੋਈ ਇੰਨੀ ਵੀ ਮਾੜੀ ਚੀਜ਼ ਨਹੀਂ ਹੈ ਜਿਹਦੇ ਤੋਂ ਇੰਨਾ ਜ਼ਿਆਦਾ ਦੂਰ ਰਿਹਾ ਜਾਵੇ। ਇਸ ਕਰਕੇ ਆਲਮੋਸਟ ਪਹਿਲਾ ਹਿੱਸਾ ਪੋਲਿਟਿਕਸ ਨਾਲ ਰਿਲੇਟਡ ਜਿਹੜਾ ਇਹਨਾਂ ਦਾ ਤਜਰਬਾ ਸੀ ਉਹਦੇ ਨਾਲ ਹੋਈਆਂ, ਪਰ ਇਸ ਹਿੱਸੇ ਦੇ ਵਿੱਚ ਅਸੀਂ ਹੋਰ ਜ਼ਿਆਦਾ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਰਚਨਾ ਸਿੰਘ ਅਸਲ ਦੇ ਵਿੱਚ ਕੌਣ ਨੇ, ਰਚਨਾ ਸਿੰਘ ਸਾਰਾ ਦਿਨ ਕੀ ਕਰਦੇ ਨੇ, ਕਿਉਂਕਿ ਇਹਨਾਂ ਨੇ ਖੁਦ ਕਿਹਾ ਸੀ ਕਿ ਇਹ ਰੋਲ ਬੜਾ ਔਖਾ, ਜਿਸ ਵੇਲੇ ਤੁਸੀਂ ਇੱਕ ਮਾਂ ਹੋ, ਤੁਸੀਂ ਇੱਕ ਪਤਨੀ ਹੋ, ਫਿਰ ਤੁਸੀਂ ਆਪਣੇ ਪਰਿਵਾਰ ਲਈ ਕੰਮ ਕਰਨਾ, ਆਪਣੇ ਲਈ ਕੰਮ ਕਰਨਾ। ਅੱਜ ਕੱਲ੍ਹ ਮੀ ਟਾਈਮ 'ਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ। ਫਿਰ ਤੁਸੀਂ ਲੋਕਾਂ ਦੇ ਲਈ ਗੱਲ ਕਰਨੀ ਆ, ਜਿਨ੍ਹਾਂ ਲੋਕਾਂ ਦੇ ਲਈ ਨੇ ਤੁਹਾਨੂੰ ਚੁਣਿਆ, ਤੁਸੀਂ ਉਹਨਾਂ ਦੇ ਲਈ ਕੰਮ ਕਰਨਾ। ਬੜਾ ਕੁਝ ਹੈ ਰਚਨਾ ਜੀ, ਬਹੁਤ ਕੁਝ ਹੈ। ਮੈਂ ਇੱਥੋਂ ਹੀ ਸ਼ੁਰੂਆਤ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਆਪਣਾ ਟਾਈਮ ਅਤੇ ਐਨਰਜੀ ਕਿੱਦਾਂ ਬੈਲੈਂਸ ਕਰਦੇ ਹੋ? ਜੀ ਸਭ ਤੋਂ ਜ਼ਿਆਦਾ ਔਖਾ ਮੇਰੇ ਖਿਆਲ ਜਦ ਵੀ ਔਰਤ ਕੋਈ ਵੀ ਕਰੀਅਰ ਚੂਜ਼ ਕਰਦੀ ਹੈਗੀ ਹੈ, ਉਹਦੇ ਲਈ ਇਹੀ ਹੈ ਕਿ ਵਰਕ ਲਾਈਫ ਬੈਲੈਂਸ, ਹਾਊ ਟੂ ਡੂ ਇਟ। ਔਰ ਤੁਸੀਂ ਬਹੁਤ ਜ਼ਿਆਦਾ ਜਿਹੜੇ ਫੀਲਡ ਵਿੱਚ ਸੀਗੇ ਜਰਨਲਿਜ਼ਮ ਦੇ ਵਿੱਚ, ਤੁਸੀਂ ਆਪ ਦੇਖਿਆ ਤੁਹਾਡਾ ਆਪਣੀ ਕਿੰਨੀ ਐਨਰਜੀ ਲੱਗ ਰਹੀ ਸੀਗੀ। ਔਰ ਤੁਸੀਂ ਵੀ, ਮੈਂ ਕਿਹਾ ਇਹ ਕੋਈ ਸਿਰਫ ਔਰਤਾਂ ਜਿਹੜੀਆਂ ਪੋਲੀਟਿਕਸ ਵਿੱਚ ਹੈਗੀਆਂ ਸਿਰਫ ਉਹਨਾਂ ਲਈ ਨਹੀਂ ਨਵਜੋਤ, ਇਹ ਜਿਹੜੀ ਵੀ ਔਰਤ ਹੈ ਕੋਈ ਵੀ ਜਿਹੜੇ ਕਰੀਅਰ ਚੂਜ਼ ਕਰ ਰਹੀ ਹੈ ਉਹਦੇ ਲਈ ਇੱਕ ਚੈਲੰਜ ਹੈਗਾ ਕਿ ਹਾਊ ਟੂ ਡੂ ਇਟ। ਔਰ ਡੈਫੀਨੇਟਲੀ ਜਦ ਕੋਈ ਬਹੁਤ ਹਾਈ ਪ੍ਰੋਫਾਈਲਸ ਜੋਬ ਹਨ ਜਿਹੜੀਆਂ ਕਿ ਬਹੁਤ ਜ਼ਿਆਦਾ ਤੁਸੀਂ ਪਬਲਿਕ ਲਾਈਫ ਵਿੱਚ ਹੈਗੇ ਹੋ, ਉਹਦੇ ਵਿੱਚ ਇਹ ਵਾਲੀ ਜਿਹੜਾ ਤੁਹਾਡੇ ਆਪਣਾ ਟਾਈਮ ਹੈ ਉਹ ਬਹੁਤ ਜ਼ਿਆਦਾ ਕੰਪਰੋਮਾਈਜ਼ ਹੁੰਦਾ ਜੀ। ਔਰ ਮੇਰੇ ਨਾਲ ਵੀ ਇਹੀ ਹੋਇਆ ਕਿ ਤੁਸੀਂ ਸਪੈਸ਼ਲੀ ਸਰੀ ਵਰਗੇ ਜਿਹੜੇ ਕਮਿਊਨਿਟੀ ਵਿੱਚ ਤੁਸੀਂ ਇੱਕ ਲੀਡਰ ਹੋਵੋ, ਔਰ ਸਰੀ ਤੁਹਾਨੂੰ ਪਤਾ ਹੈ ਕਿ ਇੰਨੀ ਕਿਤੇ ਡਿਵਰਸ ਕਮਿਊਨਿਟੀ ਹੈਗੀ ਹੈ ਅਤੇ ਇੰਨੇ ਇਵੈਂਟਸ ਹੁੰਦੇ ਉੱਥੇ। ਅਸੀਂ 6 MLA ਹਾਂ NDP ਦੇ ਸਰੀ ਦੇ ਵਿੱਚੋਂ, ਅਤੇ 3 ਸਾਲ ਮੈਂ ਤੁਹਾਨੂੰ ਦੱਸੂੰਗੀ ਕਿ ਜਿਹੜਾ ਮੇਰਾ ਸਮਾਂ ਸੀਗਾ ਗੋਇੰਗ ਫਰੋਮ ਵਨ ਇਵੈਂਟ ਟੂ ਅਨਦਰ। ਜਿਹੜਾ ਪਹਿਲਾ ਸਾਲ ਤਾਂ ਮੈਂ ਬਿਲਕੁਲ ਹੀ ਇੰਜ ਕੀਤਾ, ਦੇਰ ਵਾਜ਼ ਨੋ ਬਾਉਂਡਰੀ, ਮੈਂ ਬਿਲਕੁਲ ਇੱਕ ਤਾਂ ਕਿ ਮੈਂ ਨਵੀਂ ਸੀਗੀ, ਮੈਂ ਆਪਣੀ ਪਛਾਣ ਬਣਾਉਣ ਵਿੱਚ ਵੀ ਮੇਰਾ ਟਾਈਮ ਲੱਗ ਰਿਹਾ ਸੀਗਾ, ਕਿਉਂਕਿ ਜਿਹੜੇ ਬਾਕੀ ਮੇਰੇ ਜਿੰਨੇ ਵੀ ਕੁਲੀਗ ਸੀਗੇ, ਇੱਕ ਤਾਂ ਪਹਿਲਾਂ ਪਹਿਲੇ ਕਿੰਨੀ ਵਾਰ ਉਹਨਾਂ ਦੀ ਪਛਾਣ ਆਲਰੇਡੀ ਐਸਟੈਬਲਿਸ਼ਡ ਸੀਗੀ, ਬਿਲਕੁਲ ਸਿਰਫ ਮੈਂ ਸੀਗੀ ਇੱਕ ਯੰਗਰ, ਵਨ ਆਫ ਦ ਮੋਸਟ ਯੰਗਰ ਵਨਸ, ਅਤੇ ਜਿਹੜੀ ਕਿ ਬਿਲਕੁਲ ਨਵੀਂ ਸੀਗੀ, ਜਿਹਨੇ ਆਪਣਾ ਕਈ ਥਾਵਾਂ 'ਤੇ ਮੈਂ ਜਾਂਦੀ ਸਿਰਫ ਇਸ ਕਰਕੇ ਸੀਗੀ ਕਿ ਲੋਕਾਂ ਨੂੰ ਪਤਾ ਚੱਲ ਸਕੇ ਕਿ ਆਈ ਐਮ ਆਲਸੋ ਐਨ MLA। ਅਤੇ ਪਹਿਲਾ ਸਾਲ ਤਾਂ ਮੇਰੇ ਖਿਆਲ 'ਚ ਮੈਂ ਕੋਈ ਵੀ ਬਾਉਂਡਰੀਜ਼ ਨਹੀਂ ਰੱਖੀਆਂ, ਕੋਈ ਇਵੈਂਟ ਹੋਣਾ ਹਰ ਇਵੈਂਟ 'ਤੇ ਜਾਣਾ, ਔਰ ਬਹੁਤ ਜ਼ਿਆਦਾ ਜਿਹੜਾ ਮੇਰਾ ਸਮਾਂ ਮੇਰੇ ਬੱਚਿਆਂ ਨੂੰ ਜਾਣਾ ਚਾਹੀਦਾ ਸੀ ਜਾਂ ਜਿਹੜਾ ਮੇਰਾ ਆਪਣੇ ਲਈ ਜਾਂ ਮੇਰੇ ਪਰਿਵਾਰ ਲਈ, ਉਹ ਸਾਰਾ ਮੈਂ ਪਬਲਿਕ ਲਾਈਫ 'ਤੇ ਲਾਇਆ। ਅਤੇ ਉਸ ਟਾਈਮ ਦੌਰਾਨ ਕਿਤੇ ਰਿਗਰੈਟ ਨਹੀਂ ਸੀ ਹੁੰਦਾ ਕਿ ਵੀ ਮੈਂ ਕਿੱਧਰ ਨੂੰ ਚੱਲ ਪਈ ਹਾਂ? ਰਿਗਰੈਟ ਨਹੀਂ ਹੁੰਦਾ ਸੀ, ਮੈਂ ਥੱਕਦੀ ਸੀਗੀ। ਰਿਗਰੈਟ ਨਹੀਂ ਸੀਗਾ, ਕਿਉਂਕਿ ਰਿਗਰੈਟ ਮੇਰੇ ਦਿਮਾਗ 'ਚੋਂ ਬਹੁਤ ਜਲਦੀ ਨਿਕਲ ਗਿਆ ਸੀਗਾ ਪੋਲੀਟਿਕਸ ਬਾਰੇ ਔਰ ਬੀਇੰਗ ਅ ਪੋਲੀਟੀਸ਼ੀਅਨ। ਜਦ ਜਿਵੇਂ ਮੈਂ ਕਿਹਾ ਕਿ ਮੈਨੂੰ ਇਹ ਚੀਜ਼ ਆਫਰ ਹੋਈ ਸੀਗੀ, ਔਰ ਉਸ ਤੋਂ ਬਾਅਦ ਮੈਂ ਆਈ ਗੋਟ ਇਨਟੂ ਦੈਟ ਇਲੈਕਸ਼ਨ ਮੋਡ, ਇਲੈਕਸ਼ਨ ਜਿੱਤ ਗਈ, ਔਰ ਤਦ ਤੱਕ ਵੀ ਮੈਨੂੰ ਅਹਿਸਾਸ ਨਹੀਂ ਸੀਗਾ ਨਵਜੋਤ ਕਿ ਕਿੰਨੀ ਵੱਡੀ ਇੱਕ ਚੀਜ਼ ਹੋਈ ਹੈ ਮੇਰੇ ਵਰਗੀ ਔਰਤ ਲਈ, ਹੈ ਨਾ, ਜਿਹੜੀ ਕਿ ਬਹੁਤ ਰੀਸੈਂਟ ਇਮੀਗ੍ਰੈਂਟ ਸੀਗੀ, ਪਰਸਨ ਆਫ ਕਲਰ, ਸਾਊਥ ਏਸ਼ੀਅਨ ਔਰਤ, ਜਿਹਦੇ ਬਜ਼ੁਰਗਾਂ ਨੇ ਵੋਟ ਲੈਣ ਦੇ ਹੱਕ ਲਈ ਕਿੰਨੀ ਜੱਦੋ-ਜਹਿਦ ਕੀਤੀ। 40 ਸਾਲ ਅਸੀਂ ਸਾਰੇ ਜਾਣਦੇ ਹਾਂ ਕਿ ਸਾਡੇ ਲੋਕਾਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਸੀਗਾ, ਅਤੇ ਉਹੀ ਔਰਤ ਜਿਹੜੀ ਉਹਨਾਂ ਬਜ਼ੁਰਗਾਂ ਦੀ ਬਦੌਲਤ ਅੱਜ ਲੈਜਿਸਲੇਚਰ 'ਚ ਬੈਠੀ। ਔਰ ਲੈਜਿਸਲੇਚਰ 'ਚ ਮੈਂ ਜਦ ਗਈ 2017 ਵਿੱਚ ਅਸੀਂ ਇਲੈਕਟ ਹੋਏ, ਉਸ ਸਾਲ 100 ਸਾਲ ਹੋਏ ਸੀਗੇ ਔਰਤਾਂ ਨੂੰ ਵੋਟ ਲੈਣ ਦਾ ਹੱਕ ਜਿਹੜਾ ਉਹਨਾਂ ਨੂੰ ਮਿਲਿਆ ਸੀ। ਹਾਂਜੀ, ਉਹ ਵੀ ਸਾਰੀ ਔਰਤਾਂ ਨੂੰ ਨਹੀਂ, ਇਹ ਗੋਰੀ ਔਰਤਾਂ ਨੂੰ ਮਿਲਿਆ ਸੀਗਾ, ਕਿਉਂਕਿ ਸਾਡੇ ਵਰਗੀਆਂ ਔਰਤਾਂ ਜਿਹੜੀਆਂ ਸੀਗੀਆਂ ਪੀਪਲ ਆਫ ਕਲਰ, ਦੇ ਡਿਡ ਨਾਟ ਗੈਟ ਟਿਲ 1947, ਅਤੇ ਜਿਹੜੀਆਂ ਇੰਡੀਜਨਸ ਔਰਤਾਂ ਹੈਗੀਆਂ ਉਹਨਾਂ ਨੂੰ ਉਸ ਤੋਂ ਵੀ ਕਿਤੇ ਬਾਅਦ 64 'ਚ ਜਾ ਕੇ ਉਹ ਹੱਕ ਮਿਲਿਆ। ਅਤੇ ਜਦ ਮੈਂ ਉੱਥੇ ਅਸੀਂ ਗਏ, ਸਾਡੀ ਇੱਕ ਪਿਕਚਰ ਲਿੱਤੀ ਗਈ, ਜਿੰਨੇ ਵੀ ਮੈਂਬਰ ਆਫ ਲੈਜਿਸਲੇਚਰ ਸੀ ਔਰਤਾਂ, ਉਹਨਾਂ ਦੀ ਪਿਕਚਰ ਹੈ ਜਿਹੜੀ ਹੁਣ ਹਾਲ ਆਫ ਆਨਰਸ ਵਿੱਚ ਲੱਗੀ ਹੈ। ਸੋ ਇਟ ਵਾਜ਼ 1970 to 2017, ਅਤੇ ਉਹਨਾਂ ਨੇ ਸਾਰੀਆਂ ਉਹ ਔਰਤਾਂ ਦੇ ਉਹ ਪਿਕਚਰ ਦੇ ਥੱਲੇ ਨਾਮ ਲਿਖੇ ਹੋਏ ਹੈ ਕਿ ਜਿਹੜੀਆਂ ਅੱਜ ਤੱਕ ਇਲੈਕਟ ਹੋਈਆਂ। ਉਦੋਂ ਤੱਕ 114 ਔਰਤਾਂ, ਸਿਰਫ 114 ਔਰਤਾਂ
ਇਲੈਕਟ ਹੋਈਆਂ ਸਿੰਸ ਦੈਨ ਟੋਟਲ ਤੇ ਉਹਦੇ ਵਿੱਚੋਂ ਤੁਸੀਂ ਦੇਖੋਗੇ ਕਿ ਉਹ ਜਿਹੜਾ ਨੰਬਰ ਹੈਗਾ ਜਿਹੜੀਆਂ ਇੰਡੀਜੀਨਸ ਔਰਤਾਂ ਹੈ ਜਾਂ ਔਰਤਾਂ ਆਫ ਕਲਰ ਜਾਂ ਬਲੈਕ ਔਰਤਾਂ ਉਹਦਾ ਨੰਬਰ ਕਿੰਨਾ ਘੱਟ ਹੋਏਗਾ, ਕਿੰਨੀ ਘੱਟ ਪਰਸੈਂਟੇਜ ਹੋਏਗੀ। ਇਹ ਰਿਅਲਾਈਜ਼ੇਸ਼ਨ ਮੈਂ ਜਦ ਉਹ ਫੋਟੋ ਲਈ ਤੇ ਜਦ ਉਹ ਅੰਕੜਾ ਮੇਰੇ ਅੱਗੇ ਆਇਆ ਤਦ ਮੈਨੂੰ ਰਿਅਲਾਈਜ਼ ਹੋਇਆ ਕਿ ਰਚਨਾ this is huge, not just for me but ਮੈਂ ਕਹੂੰਗੀ ਕਿ ਮੇਰੀ ਅਗਲੀ ਜਨਰੇਸ਼ਨ ਲਈ ਜਿਨ੍ਹਾਂ ਨੂੰ ਮੈਂ ਮੈਂਟਰ ਕਰੂੰਗੀ, ਜਿਹੜੀ ਮੇਰੀ ਥਾਂ ਲੈਣਗੀਆਂ, ਉਹਨਾਂ ਲਈ ਕਿੰਨੀ ਵੱਡੀ ਗੱਲ ਹੈ ਕਿ ਸਾਡੇ ਵਰਗੇ ਲੋਕ ਉੱਥੇ ਜਾ ਕੇ ਬੈਠੇ ਹੈ ਜਿੱਥੇ ਸਾਨੂੰ ਵੋਟ ਪਾਉਣ ਦਾ ਹੱਕ ਵੀ ਨਹੀਂ ਸੀਗਾ। ਸੋ ਉਹ ਰਿਗਰੈਟ ਮੇਰੇ ਦਿਮਾਗ 'ਚੋਂ ਬਹੁਤ ਜਲਦੀ ਮਤਲਬ ਰਿਗਰੈਟ ਨਹੀਂ ਸੀਗਾ ਮੈਨੂੰ, ਪਰ ਇਹ ਕਿ ਜਿਹੜਾ ਬੈਲੈਂਸ ਮੈਂ ਨਹੀਂ ਕਰ ਪਾ ਰਹੀ ਸੀਗੀ ਪਹਿਲੇ ਸਾਲ ਵਿੱਚ ਬਿਲਕੁਲ, ਕਿਉਂਕਿ ਆਈ ਜਸਟ ਵਾਂਟਡ ਟੂ ਪ੍ਰੂਵ ਮਾਈ ਸੈਲਫ। ਪਰ ਜਦ ਦੂਜਾ ਸਾਲ ਆਇਆ ਆਈ ਵਾਸ ਮੋਰ ਕੰਫਰਟੇਬਲ ਇਨ ਮਾਈ ਰੋਲ, ਮੈਨੂੰ ਆਪਣੇ ਆਪ 'ਤੇ ਵੀ ਥੋੜ੍ਹੀ ਜਿਹੀ ਤੁਹਾਨੂੰ ਆਪਣਾ ਸੈਲਫ ਕੌਨਫੀਡੈਂਸ ਆ ਜਾਂਦਾ ਹੈ, ਤੁਹਾਡੀ ਰਿਕਗਨੀਸ਼ਨ ਵੀ ਹੋਣ ਲੱਗ ਜਾਂਦੀ ਹੈ, ਲੋਕਾਂ ਨੂੰ ਪਤਾ ਹੈ ਕੌਣ ਹੈ ਰਚਨਾ ਸਿੰਘ। ਦੈਨ ਆਈ ਸਟਾਰਟਡ ਪੁਟਿੰਗ ਜਿਵੇਂ ਤੁਸੀਂ ਵਾਲਸ ਦੀ ਗੱਲ ਕੀਤੀ ਹੈ, ਪੁਟਿੰਗ ਦੋਜ਼ ਵਾਲਸ ਐਂਡ ਥਰੂ ਪੁਟਿੰਗ ਦੋਜ਼ ਬਾਉਂਡਰੀਜ਼ ਟੂ, ਜਿੱਥੇ ਮੇਰੇ ਬੱਚਿਆਂ ਦੀ ਕਿਤੇ ਜ਼ਿਆਦਾ ਜ਼ਰੂਰਤ ਹੈ ਆਈ ਵੁੱਡ ਪੁੱਟ ਮਾਈ ਫੁੱਟ ਡਾਊਨ ਐਂਡ ਸੇ। ਬੱਚਿਆਂ ਨੇ ਕਿਸ ਤਰ੍ਹਾਂ ਲਿਆ ਤੁਹਾਡੀ ਇੱਕ ਤਾਂ ਅਚੀਵਮੈਂਟ ਆ, ਪਰ ਉਹਨਾਂ ਦੇ ਲਈ ਵੀ ਇਹ ਵੱਡੀ ਇਹ ਚੀਜ਼ ਸੀ ਕਿ ਮਾਂ ਦੇ ਨਾਲੋਂ ਗੈਪ ਪੈ ਰਿਹਾ ਹੈ ਨਾ, ਘੱਟ ਟਾਈਮ ਤੇ એનર્ਜੀ ਉਹਨਾਂ ਵੱਲ ਜਾ ਰਿਹਾ ਸੀ, ਉਹਨਾਂ ਨੇ ਕਿਵੇਂ ਲਿਆ? ਕਿੰਨੇ ਏਜ ਦੇ ਬੱਚੇ ਨੇ? ਮੇਰੇ ਬੱਚੀ ਹੁਣ 12 ਸਾਲ ਦੀ ਹੈ ਛੋਟੀ, ਤੇ ਮੇਰਾ ਬੇਟਾ 21 ਸਾਲ ਦਾ। ਉਹ ਹਾਈ ਸਕੂਲ ਕਰ ਰਿਹਾ ਸੀਗਾ ਮੇਰਾ ਬੇਟਾ ਉਸ ਟਾਈਮ ਤੇ। ਬੱਚੀ ਤਾਂ ਬਹੁਤ ਛੋਟੀ ਹੋਣੀ? ਬੱਚੀ ਛੋਟੀ ਸੀਗੀ ਬੱਚੀ, ਪਰ ਬੱਚੀ ਲਈ ਮੈਂ ਨਵਜੋਤ ਮੈਂ ਕਹੂੰਗੀ ਕਿ ਮੈਂ ਉਹਦੇ ਲਈ she has sacrificed a lot with my career. ਮੈਂ ਉਹ ਸਿਰਫ 5 ਸਾਲ ਦੀ ਸੀ ਜਦ ਮੈਂ ਕੈਲਗਰੀ ਚਲੀ ਗਈ, ਜਦ ਮੈਂ ਆਪਣੀ ਯੂਨੀਅਨ QP ਵਿੱਚ ਕੰਮ ਕਰਦੀ ਸੀਗੀ। ਉਹ ਵੀ ਮੈਨੂੰ ਇੱਕ ਮਜਬੂਰੀ ਸੀਗੀ ਮੈਨੂੰ ਜਾਣਾ, ਕਿਉਂਕਿ ਜੇ ਮੈਂ ਉਹ ਵਾਲੀ ਪੋਜੀਸ਼ਨ ਨਾ ਲੈਂਦੀ ਤੇ ਮੇਰੀ ਨੌਕਰੀ ਖੁੰਝਣ ਦਾ ਵੀ ਡਰ ਸੀਗਾ ਕਿ ਇੱਥੇ ਮੈਂ ਔਨ ਕੰਟਰੈਕਟ ਸੀਗੀ, ਉੱਥੇ ਮੈਨੂੰ ਪਰਮਾਨੈਂਟ ਪੋਜੀਸ਼ਨ ਮਿਲ ਰਹੀ ਸੀਗੀ। ਤੇ ਉਹ ਬੱਚੀ ਨੇ ਤਾਂ ਬਹੁਤ ਜ਼ਿਆਦਾ ਸਫ਼ਰ ਕੀਤਾ, ਮਤਲਬ ਕਿ ਮੈਂ ਕਹੂੰਗੀ ਸਫ਼ਰ ਇਨ ਅ ਵੇ ਕਿ ਮਾਂ ਦਾ ਜਿਹੜਾ ਅਟੈਂਸ਼ਨ ਹੈ ਉਹ ਬਹੁਤ ਘੱਟ ਸਮਾਂ ਮਿਲਿਆ ਉਹਨੂੰ ਹਾਲਾਂਕਿ ਨਾਨੀ ਦਾ ਪਿਆਰ ਬਹੁਤ ਜ਼ਿਆਦਾ ਮਿਲਿਆ, ਸਪੋਰਟ ਸਿਸਟਮ ਸੀ ਤੁਹਾਡੇ ਕੋਲ? ਸਪੋਰਟ ਸਿਸਟਮ ਸੀਗਾ, ਐਂਡ ਉਸੇ ਕਰਕੇ ਮੈਂ ਡਿਸੀਜਨਸ ਲੈ ਸਕੀ ਜਿਹੜਾ ਕੈਲਗਰੀ ਜਾਣ ਦਾ ਜਾਂ ਪੋਲਿਟਿਕਸ ਵਿੱਚ ਆਉਣ ਦਾ। ਜੇ ਮੇਰੀ ਮਾਂ ਮੇਰੇ ਨਾਲ ਨਾ ਖੜੀ ਹੁੰਦੀ ਜਾਂ ਮੇਰੇ ਪਿੱਛੇ ਇੰਨੇ ਸਟਰੋਂਗਲੀ, ਤੇ ਮੈਂ ਸ਼ਾਇਦ ਨਾ ਡਿਸੀਜਨ ਲੈ ਪਾਉਂਦੀ। ਪਰ ਮੈਂ ਅਜੇ ਵੀ ਕਹਿੰਦੀ ਹਾਂ ਸ਼ਾਇਸਤਾ ਨੇ ਬਹੁਤ ਜ਼ਿਆਦਾ ਸੈਕਰੀਫਾਈਸ ਕੀਤਾ। ਕੌਤਕ ਵਾਜ਼ ਜਸਟ ਗ੍ਰੈਜੂਏਟਿੰਗ ਜਦੋਂ ਮੈਂ ਹੋਈ, ਉਹਨੂੰ ਬਹੁਤ ਮਾਣ ਸੀਗਾ ਕਿ ਮੇਰੀ ਮਾਂ MLA ਬਣ ਰਹੀ ਹੈ। ਪਰ ਮੈਨੂੰ ਯਾਦ ਹੈ ਜਦੋਂ ਕੌਤਕ ਦੀ ਗ੍ਰੈਜੂਏਸ਼ਨ ਸੀਗੀ ਆਈ ਕੁਡਨਟ ਬੀ ਦੇਅਰ, ਮੈਂ ਲੈਜਿਸਲੇਚਰ 'ਚ ਸੀਗੀ, ਮੈਂ ਉਹਦੀ ਜਿਹੜੀ 12ਵੀਂ ਦੀ ਜਿਹੜੀ ਕਿ ਬਹੁਤ ਹੀ ਇੰਪੋਰਟੈਂਟ ਗ੍ਰੈਜੂਏਸ਼ਨ ਹੈਗੀ ਹੈ, ਮੈਂ ਉਸ ਦਿਨ ਉੱਥੇ ਨਹੀਂ ਸੀ। ਸੋ ਬਹੁਤ ਸਾਰੀਆਂ ਸੈਕਰੀਫਾਈਸਿਸ ਇਨਵੋਲਵ ਹੈਗੀਆਂ ਹੈ ਨਾ, ਜਿਨ੍ਹਾਂ ਦੇ ਵਿੱਚੋਂ ਖਾਸ ਕਰਕੇ ਤੁਸੀਂ ਬੱਚਿਆਂ ਦਾ ਜ਼ਿਕਰ ਕੀਤਾ। ਆਪਣੇ ਲਈ ਤੁਸੀਂ ਵੀ ਕੋਈ ਆਪਣੀ ਰੂਟੀਨ ਚੇਂਜ ਕੀਤੀ ਹੈ ਉਸ ਤੋਂ ਬਾਅਦ? ਆਪਣਾ ਆਪ, ਜਿਵੇਂ ਮੈਂ ਪਹਿਲਾਂ ਮੀ ਟਾਈਮ ਦੀ ਗੱਲ ਕਰ ਰਹੀ ਸੀ, ਅੱਜ ਕੱਲ੍ਹ ਵਾਰ-ਵਾਰ ਇਹ ਗੱਲ ਆਉਂਦੀ ਹੈ ਰਚਨਾ ਜੀ, ਆਪਾਂ ਬਾਹਰ ਕੰਮ ਕਰਨਾ ਸ਼ੁਰੂ ਕਰ ਦਿੱਤਾ, ਘਰ ਦੀਆਂ ਜ਼ਿੰਮੇਵਾਰੀਆਂ ਓਨੀਆਂ ਹੀ ਆ, ਉਸ ਤੋਂ ਵੀ ਵੱਧ ਗਈਆਂ। ਪਹਿਲਾਂ ਪੇਰੈਂਟਿੰਗ ਵੀ ਹੋਰ ਤਰ੍ਹਾਂ ਦੀ ਹੁੰਦੀ ਸੀ, ਹੁਣ ਤਾਂ ਸਾਨੂੰ ਪੈਰ ਤੇ ਗਿਲਟ ਮਹਿਸੂਸ ਹੁੰਦਾ ਹੈ ਨਾ, ਬਹੁਤ ਜ਼ਿਆਦਾ ਇਹ ਚੀਜ਼ ਹੈਗੀ ਆ। ਤੁਸੀਂ ਆਪਣੇ ਲੈਵਲ ਤੇ ਆਪਣੇ ਲਈ ਕੀ ਆਪਣੇ ਲਈ ਘਟਾ ਦਿੱਤਾ? ਬਹੁਤ ਮੈਨੂੰ ਲੱਗਦਾ ਕਿ ਭੱਜਣਾ ਠੰਨੀ ਜ਼ਿਆਦਾ ਸੀਗੀ, ਔਰ ਕਿੰਨੇ ਤਰ੍ਹਾਂ ਦੇ ਤੁਸੀਂ ਡਿਫਰੈਂਟ ਰੋਲ ਕਰ ਰਹੇ ਹੋ। MLA ਦਾ ਰੋਲ, ਫਿਰ ਬੱਚਿਆਂ ਦੀ ਮਾਂ ਦਾ, ਫਿਰ ਮੈਂ ਬੀਵੀ ਹਾਂ, ਫਿਰ ਮੇਰੇ ਪੇਰੈਂਟਸ ਹੈ ਜਿਹੜੇ ਬਜ਼ੁਰਗ ਹੈ ਉਹ ਵੀ ਮੇਰੇ ਨਾਲ ਰਹਿੰਦੇ ਹੈ। ਉਹ ਬਹੁਤ ਜ਼ਿਆਦਾ ਸਪੋਰਟ ਜਿਹੜਾ ਮੇਰਾ ਘਰ ਚੱਲਦਾ ਉਹਨਾਂ ਦੀ ਬਦੌਲਤ ਚੱਲਦਾ ਹੈ, ਮੇਰੇ ਪੇਰੈਂਟਸ ਕਰਕੇ। ਪਰ ਉਹਨਾਂ ਨੂੰ ਵੀ ਮੇਰੀ ਲੋੜ ਹੈਗੀ ਹੈ, ਉਹਨਾਂ ਦੇ ਵੀ ਹੈਲਥ ਕੰਡੀਸ਼ਨਸ ਹੈਗੀਆਂ, ਉਹਨਾਂ ਦੀਆਂ ਨੀਡਸ ਹੈ, ਇਮੋਸ਼ਨਲ ਨੀਡਸ ਹੈ ਜਿਹੜੀ ਕਿ ਮੈਂ ਨਹੀਂ ਪੂਰੀ ਕਰ ਪਾ ਰਹੀ ਸੀਗੀ। ਉਹਨਾਂ 'ਤੇ ਮੈਂ ਪੂਰਾ ਉਹਨਾਂ 'ਤੇ ਸੌਂਪ ਕੇ, ਮੈਂ ਘਰ ਨੂੰ ਸੌਂਪ ਕੇ ਆਪ ਵਿਕਟੋਰੀਆ ਚਲੀ ਜਾਂਦੀ ਹਾਂ। ਅਤੇ ਸੋ ਇਟ ਇਜ਼ ਆਈ ਥਿੰਕ ਸਾਰੇ ਕਲੈਕਟਿਵ, ਪਰ ਕਿਸੇ ਨੇ ਵੀ ਮੈਂ ਕਹੂੰਗੀ ਇਹ 3 ਸਾਲਾਂ ਵਿੱਚ ਕਿਸੇ ਇੱਕ ਵੀ ਨੇ ਮੈਨੂੰ ਉਲਾਂਭਾ ਨਹੀਂ ਦਿੱਤਾ ਕਦੀ। ਮੇਰੇ ਮਾਂ ਨੇ ਨਹੀਂ ਕਿਹਾ ਰਚਨਾ ਤੂੰ ਕਦੀ ਬਹਿੰਦੀ ਨਹੀਂ ਹੈਗੀ ਹੈ। ਪਰ ਮੈਂ ਕਹੂੰਗੀ ਕਿ ਜਿਹੜਾ ਕੋਵਿਡ ਦਾ ਜਿਹੜਾ ਸਮਾਂ ਆਇਆ ਪਿਛਲੇ 3 ਮਹੀਨੇ, ਜਿਹੜਾ ਕਿ ਜ਼ਿੰਦਗੀ ਨੂੰ ਇੰਨਾ ਸਲੋ ਡਾਊਨ ਕੀਤਾ, ਜਦ ਕਿ ਮਜਬੂਰੀ ਹੋ ਗਈ, ਤੁਸੀਂ ਘਰ ਬਹਿਣਾ ਜ਼ਰੂਰੀ ਹੋ ਗਿਆ ਤੁਹਾਡੇ ਲਈ, ਇੱਕ ਇਹ ਟਾਈਮ ਸੀਗਾ ਟੂ ਰਿਫਲੈਕਟ ਵਟ ਥਿੰਗਸ that are important for you. ਮੇਰੇ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਕੀ ਹੈ? ਮੇਰਾ ਪਰਿਵਾਰ, ਜਿਹਦੇ ਵਿੱਚ ਮੇਰੇ ਬੱਚੇ, ਮੇਰਾ ਪਤੀ, ਮੇਰੇ ਪੇਰੈਂਟਸ, ਐਂਡ ਬਿਯੋਂਡ ਦੈਟ ਯੈਸ ਆਈ ਹੈਵ ਅ ਰੋਲ ਟੂ ਪਲੇ, ਬਟ ਥੀਜ਼ ਆਰ ਦ ਮੋਸਟ ਇੰਪੋਰਟੈਂਟ ਪੀਪਲ ਇਨ ਮਾਈ ਲਾਈਫ। ਅਤੇ ਮੈਂ ਵੱਧ ਤੋਂ ਵੱਧ ਸਮਾਂ ਉਹਨਾਂ ਲਈ ਜਿਹੜਾ ਬਿਤਾ ਸਕ ਰਹੀ ਹਾਂ, ਜਿਹੜੇ ਪਿਛਲੇ 2-3 ਮਹੀਨਿਆਂ ਤੋਂ, ਉਹਦੀ ਕਾਫੀ ਖੁਸ਼ੀ ਹੋਈ ਹੈ ਮੈਨੂੰ ਇਸ ਚੀਜ਼ ਦੀ ਕਿ ਮੈਂ ਆਈ ਕੁਡ ਟੇਕ ਆਊਟ ਦੈਟ ਟਾਈਮ। ਓਕੇ, ਹੁਣ ਕਿਉਂਕਿ ਆਪਾਂ ਸਰੀ ਜਿਸ ਏਰੀਆ ਦੇ ਤੁਸੀਂ MLA ਹੋ, ਮੈਜੋਰਟੀ ਬੇਸ਼ੱਕ ਆਪਣੇ ਲੋਕ ਨੇ, ਪਰ ਆਪਣੀਆਂ ਇੱਥੇ ਹੋਰ ਬਹੁਤ ਮਿਕਸਡ ਕਮਿਊਨਿਟੀਜ਼ ਰਹਿੰਦੀਆਂ ਹੈਗੀਆਂ।
ਜਦੋਂ ਆਪਾਂ ਆਪਣੀ ਕਮਿਊਨਿਟੀ ਦੇ ਵਿੱਚੋਂ ਹੀ ਕੋਈ ਪਰਸਨ ਚੂਜ਼ ਕਰਕੇ ਐਮਐਲਏ ਜਾਂ ਐਮਪੀ ਬਣਾਉਣੀ ਆ, ਸਾਡੇ ਲੋਕਾਂ ਦੀਆਂ ਐਕਸਪੈਕਟੇਸ਼ਨਸ ਇਹ ਹੁੰਦੀਆਂ ਕਿ ਵੀ ਸਾਡਾ ਬੰਦਾ ਆ, ਅਸੀਂ ਆਪਣੇ ਬੰਦੇ ਨੂੰ, ਹੁਣ ਇਹਨੂੰ ਅਸੀਂ ਚੂਜ਼ ਕੀਤਾ, ਇਹਨੂੰ ਹੁਣ ਜੋ ਕੁਝ ਕਰਨਾ ਚਾਹੀਦਾ ਸਾਡੇ ਲਈ ਕਰਨਾ ਚਾਹੀਦਾ। ਪਰ ਤੁਹਾਨੂੰ ਉਸ ਪੋਜੀਸ਼ਨ ਤੇ ਹੋ ਕੇ ਤੁਹਾਨੂੰ ਪਤਾ ਕਿ ਤੁਹਾਨੂੰ ਬਾਕੀਆਂ ਨੇ ਵੀ ਚੁਣਿਆ ਹੈਗਾ, ਰਿਲੇਟਿਵਲੀ ਤੁਹਾਨੂੰ ਉਹ ਜ਼ਿਆਦਾ ਨੇੜੇ ਮਹਿਸੂਸ ਕਰਦੇ ਆ। ਹਰ ਇੱਕ ਇਸ਼ੂ ਜਿਹੜਾ ਆ ਉਹ ਸਮਝਦੇ ਆ ਕਿ ਵੀ ਇਹ ਹੁਣ ਸਾਡਾ ਬੰਦਾ ਆ, ਸਾਡੇ ਇਸ਼ੂ ਤੇ ਹੀ ਫੋਕਸ ਕਰਨਾ ਚਾਹੀਦਾ। ਤੁਸੀਂ ਇਸ ਚੀਜ਼ ਨੂੰ ਕਿੱਦਾਂ ਲੈਂਦੇ ਹੋ? ਜੀ ਕਿਉਂਕਿ ਮੇਰਾ ਕਮਿਊਨਿਟੀ ਆਫਿਸ ਜਿਹੜਾ ਹੈਗਾ ਉਹ ਸਾਰੇ ਜਿੰਨੇ ਵੀ ਉੱਥੋਂ ਦੇ ਕਨਸਟੀਟਿਊਐਂਟਸ ਹੈ ਸਾਰਿਆਂ ਲਈ ਖੁੱਲ੍ਹਾ ਹੈਗਾ। ਮੈਂ ਹਮੇਸ਼ਾ ਇੱਕ ਗੱਲ ਜਿਹੜੀ ਮੈਂ ਕਿਉਂਕਿ ਕਾਉਂਸਲਿੰਗ ਦੀ ਬੈਕਗਰਾਊਂਡ ਤੋਂ ਆਉਂਦੀ ਹੈਗੀ, ਤੇ ਮੈਂ ਲੋਕਾਂ ਨੂੰ ਸੁਣਦੀ ਜ਼ਰੂਰ ਹਾਂ। ਜਦ ਵੀ ਕੋਈ ਵੀ ਮੇਰੇ ਆਫਿਸ ਵਿੱਚ ਆਉਂਦਾ ਜਾਂ ਕੋਈ ਮੈਨੂੰ ਫੋਨ ਕਰਦਾ, ਆਈ ਆਲਵੇਜ਼ ਗਿਵ ਦੈਮ ਅ ਚਾਂਸ ਟੂ ਸੇ ਦੇਅਰ ਵਰਜ਼ਨ ਜਾਂ ਉਹਨਾਂ ਦੀ ਆਸਕ ਹੈਗੀ ਹੈ। ਤੇ ਮੈਂ ਪਰ ਜਦੋਂ ਆਪਣੀ ਗੱਲ ਕਹਿ ਦਿੰਦੇ ਆ, ਔਰ ਜਿਹੜਾ ਮੈਂ ਆਪਣੇ ਸਟਾਫ ਨੂੰ ਵੀ ਇਹ ਕਿਹਾ ਹੋਇਆ ਕਿ ਕਿਸੇ ਨੂੰ ਵੀ ਆਏ ਕੋਈ ਬੰਦਾ ਉਹਨੂੰ ਇਹ ਨਹੀਂ ਕਹਿਣਾ ਹੈਗਾ ਕਿ ਅਸੀਂ ਤੇਰਾ ਕੰਮ ਨਹੀਂ ਕਰ ਸਕਦੇ ਹੈਗੇ। ਵੀ ਆਰ ਦੇਅਰ ਐਡਵੋਕੇਟਸ, ਵੀ ਕੈਨ ਐਡਵੋਕੇਟ ਔਨ ਦੇਅਰ ਬਿਹਾਫ। ਪਰ ਐਡਵੋਕੇਟਸੀ ਦਾ ਮਤਲਬ ਇਹ ਨਹੀਂ ਹੈਗਾ ਕਿ ਮੈਂ ਕੁਛ ਵੀ ਐਡਵੋਕੇਟ ਕਰੂੰਗੀ ਤੇ ਉਹ ਮੰਨਿਆ ਜਾਏਗਾ। ਯੂ ਆਰ ਸੇਇੰਗ ਜਿਹੜੇ ਕਈ ਬੰਦੇ ਬਹੁਤ ਹੀ ਜ਼ਿਆਦਾ ਅਨਡਿਊ ਐਕਸਪੈਕਟੇਸ਼ਨ ਲੈ ਕੇ ਆਏ ਹੈ ਕਿ ਜਸਟ ਹੀ ਐਮਐਲਏ ਹੈਗੀ ਹੈ, ਫੋਨ ਕਰੇਗੀ ਤੇ ਸਭ ਕੁਝ ਹੋ ਜਾਏਗਾ। ਉਹ ਗੱਲ ਅਸੀਂ ਬਹੁਤ ਪਹਿਲਾਂ ਤੋਂ ਹੀ ਕਲੀਅਰ ਕਰ ਲੈਂਦੇ ਹਾਂ ਕਿ ਕਈ ਅਦਾਰੇ ਦੇ ਵਰਕ ਇੰਡੀਪੈਂਡੈਂਟਲੀ। ਆਈ ਡੋਂਟ ਹੈਵ ਅ ਰੋਲ ਇਨ ਦੈਟ। ਮੈਂ ਫਰੇਜ਼ਰ ਹੈਲਥ ਨੂੰ ਫੋਨ ਕਰਕੇ, ਕਿਉਂਕਿ ਬਹੁਤ ਜ਼ਿਆਦਾ, ਕਿਉਂਕਿ ਸਰੀ ਮੈਮੋਰੀਅਲ ਇਜ਼ ਇਨ ਮਾਈ ਰਾਈਡਿੰਗ, ਸਰੀ ਮੈਮੋਰੀਅਲ ਦੇ ਨਾਲ ਕਈ ਇਸ਼ੂਜ਼ ਆਉਂਦੇ ਹੈਗੇ, ਔਰ ਜਦ ਲੋਕੀ ਆਉਂਦੇ ਹੈ ਉਹਨਾਂ ਨੂੰ ਕਈ ਵਾਰ ਕਈ ਸ਼ਿਕਵੇ ਹੈ ਸਰੀ ਮੈਮੋਰੀਅਲ 'ਚ ਕਿਵੇਂ ਦਾ ਟਰੀਟਮੈਂਟ ਹੋਇਆ ਜਾਂ ਵੇਟ ਟਾਈਮਸ ਜਾਂ ਕੋਈ ਵੀ ਤਰ੍ਹਾਂ ਦਾ ਕੋਈ ਉਹਨਾਂ ਦਾ ਗਿਲਾ ਹੈਗਾ ਜਾਂ ਉਹਨਾਂ ਦਾ ਕੰਸਰਨ ਹੈਗਾ, ਵੀ ਡੈਫੀਨੇਟਲੀ ਟੇਕ ਦੇਅਰ ਕੰਪਲੇਂਟਸ। ਉਹਨਾਂ ਨੂੰ ਅਸੀਂ ਜਿਹੜਾ ਰਾਈਟ ਜਿਹੜਾ ਬੰਦਾ ਹੈ ਉਹਨਾਂ ਨਾਲ ਕਨੈਕਟ ਕਰਦੇ ਹਾਂ, ਉਹਨਾਂ ਨਾਲ ਪੂਰਾ ਰਾਬਤਾ ਬਣਾਈਦਾ। ਵੀ ਬਿਕਮ ਅ ਲੀਏਜ਼ਨ ਬਿਟਵੀਨ ਦੈਟ ਪਰਸਨ ਤੇ ਜਿਹੜੀ ਆਰਗੇਨਾਈਜੇਸ਼ਨ ਤੱਕ ਉਹਨਾਂ ਨੇ ਜਾਣਾ ਹੈਗਾ, ਜਾਂ ਕਿਸੇ ਮਿਨਿਸਟਰੀ ਨਾਲ ਲੈ ਕੇ ਜਾਂ ਕਿਤੇ ਵੀ। ਪਰ ਇਹ ਚੀਜ਼ ਮੈਂ ਬਹੁਤ ਹੀ ਜ਼ਿਆਦਾ ਕਲੀਅਰ ਕਰ ਦਿੰਦੀ ਹਾਂ ਕਿ ਐਜ਼ ਐਨ ਐਮਐਲਏ ਅਸੀਂ ਇਹ ਇੰਡੀਆ ਵਾਂਗੂ ਨਹੀਂ ਹੈਗਾ ਕਿ ਮੈਂ ਕੋਈ ਦਬਕਾ ਮਾਰ ਸਕਦੀ ਹਾਂ ਜਾਂ ਮੈਂ ਕੋਈ ਕਿਸੇ ਨੂੰ ਸਿੰਪਲ ਆਰਡਰ ਕਰ ਸਕਦੀ ਹਾਂ। ਆਈ ਕੈਨੋਟ ਡੂ ਇਟ। ਉਹ ਆਰਗੇਨਾਈਜੇਸ਼ਨਸ ਆਪਣੇ ਲੈਵਲ ਤੇ ਕੰਮ ਕਰ ਰਹੀਆਂ, ਔਰ ਇਹ ਕੈਨੇਡਾ ਦੀ ਔਰ ਇਸ ਬ੍ਰਿਟਿਸ਼ ਕੋਲੰਬੀਆ ਦੀ ਖੂਬਸੂਰਤੀ ਹੈ ਕਿ ਇਹ ਸਿਸਟਮ ਤਾਂ ਹੀ ਇੰਨੀ ਵਧੀਆ ਤਰੀਕੇ ਨਾਲ ਚੱਲ ਰਿਹਾ ਕਿ ਮੇਰੀ ਇੰਟਰਫੇਰੈਂਸ ਨਹੀਂ ਹੈਗੀ ਹੈ। ਪਰ ਜੇ ਮੈਨੂੰ ਕੋਈ ਮਸਲਾ ਲੱਗਦਾ ਹੈ ਜਿਹਦੇ ਵਿੱਚ ਲੋੜ ਹੈ, ਕਿਉਂਕਿ ਕੋਈ ਲੋਕਾਂ ਨੂੰ ਬੈਰੀਅਰਸ ਹੈ, ਉਹ ਪਹੁੰਚ ਨਹੀਂ ਪਾ ਰਹੇ ਰਾਈਟ ਪਰਸਨ ਤੱਕ, ਮੇਰੀ ਬਿਲਕੁਲ ਡਿਊਟੀ ਹੈ ਔਰ ਮੇਰਾ ਫਰਜ਼ ਬਣਦਾ ਹੈਗਾ ਕਿ ਉਹਨਾਂ ਲਈ ਉਹਨਾਂ ਦੀ ਆਵਾਜ਼ ਬਣਾ। ਕਦੀ ਇੱਦਾਂ ਹੋਇਆ ਕਿ ਔਰਤ ਹੋਣ ਦੇ ਨਾਤੇ ਕਿਸੇ ਨੇ ਇੰਟੀਮੀਡੇਟ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਕਿ ਆਦਤ ਹੈ ਕਈ ਵਾਰ ਲੋਕਾਂ ਨੂੰ ਕਿ ਨਹੀਂ ਸ਼ਾਇਦ ਔਰਤ ਹੈ, ਛੇਤੀ ਕਿਤੇ ਗੱਲ ਮੰਨ ਲਊਗੀ, ਜਾਂ ਅਸੀਂ ਪ੍ਰੈਸ਼ਰ ਪਾ ਦਿੰਦੇ ਹਾਂ? ਕਦੀ ਇਸ ਐਂਗਲ ਤੋਂ ਤੁਸੀਂ ਮਹਿਸੂਸ ਕੀਤਾ ਕਿ ਵੀ ਹਾਂ ਲੋਕ ਟਰਾਈ ਕਰਦੇ ਆ? ਥੋੜ੍ਹਾ ਜਿਹਾ ਕਿਤੇ ਨਾ ਕਿਤੇ ਸੈਕਸਿਜ਼ਮ ਤੁਹਾਨੂੰ ਪਤਾ ਹੈ ਕਿ ਇਟ ਸਟਿਲ ਇਜ਼ ਵੈਰੀ ਮਚ ਪ੍ਰੀਵੇਲੈਂਟ। ਇੱਕ ਦੋ ਵਾਰ ਮੇਰੇ ਨਾਲ ਹੋਇਆ ਕਿ ਮੈਂ ਬਹੁਤ ਹੀ ਹੰਬਲੀ ਕਿਸੇ ਨਾਲ ਗੱਲ ਕਰ ਰਹੀ ਹਾਂ, ਮੇਰੇ ਇੱਕ ਆਫਿਸ ਵਿੱਚ ਆਇਆ ਹੋਇਆ, ਉਹਨੂੰ ਮੈਂ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਇਹ ਸਾਨੂੰ ਜਵਾਬ ਮਿਲਿਆ ਜਾਂ ਕਿਸੇ ਵੀ ਜਿਹੜਾ ਵੀ ਉਹਨਾਂ ਦਾ ਮਸਲਾ ਹੈਗਾ, ਤੇ ਉਹ ਮੇਰੇ ਤੇ ਮਤਲਬ ਕਿ ਰਿਫਲੈਕਟ ਕਰ ਰਹੇ ਹੈ ਕਿ ਤੂੰ ਬਿਲਕੁਲ ਨਵੀਂ ਹੈਗੀ ਹੈ, ਮੈਂ ਤੈਨੂੰ 2 ਸਾਲ ਹੋ ਗਏ, ਮੈਂ ਤੈਨੂੰ ਕਦੀ ਦੇਖਿਆ ਨਹੀਂ ਕਿਤੇ, ਹੈ ਨਾ। ਤੇ ਮੈਂ ਮਤਲਬ ਕਿ ਆਈ ਲਿਸਨਡ ਵੈਰੀ ਹੰਬਲੀ ਐਂਡ ਦੈਨ ਆਈ ਵਾਜ਼ ਵੈਰੀ ਫਰਮ। ਮੈਂ ਕਿਹਾ ਤੁਸੀਂ ਮੇਰੇ ਆਫਿਸ ਤੱਕ ਪਹੁੰਚੇ ਹੋ, ਤੁਹਾਨੂੰ ਪਤਾ ਹੈ ਕਿ ਮੈਂ ਐਮਐਲਏ ਹੈਗੀ ਹਾਂ, ਮੇਰੇ ਆਫਿਸ ਨੇ ਤੁਹਾਨੂੰ ਟਾਈਮ ਦਿੱਤਾ, ਉਹ ਵੀ ਮੇਰੀ ਬਦੌਲਤ ਮੈਂ ਤੁਹਾਡੇ ਨਾਲ ਮੀਟਿੰਗ ਕਰ ਰਹੀ ਹਾਂ। ਮੈਂ ਹਰ ਕਿਸੇ ਨਾਲ ਮੀਟਿੰਗ ਨਹੀਂ ਕਰ ਪਾਉਂਦੀ ਹਾਂ, ਅੱਧਾ ਟਾਈਮ ਮੈਂ ਵਿਕਟੋਰੀਆ ਵਿੱਚ ਹੁੰਦੀ ਹਾਂ। ਤੇ ਆਈ ਐਮ ਸਿਟਿੰਗ ਹੇਅਰ ਵਿਦ ਯੂ, ਲਿਸਨਿੰਗ ਟੂ ਯੂ, hearing your concerns. I think that is important and you should respect me for that. Just because I look younger, I am a woman, you cannot just, or ਤੁਸੀਂ ਜਦ especially ਜ਼ਿਆਦਾ ਉਮਰ ਦੇ ਬੰਦੇ ਹੈਗੇ, you can treat over me. No, I will be humble as long as you give me that respect. The moment you stop giving me that respect, you won't get respect from me either. So I'm very firm. ਪੋਲੀਟਿਕਸ ਵਿੱਚ ਤੁਹਾਨੂੰ ਪਤਾ ਹੈ ਕਿ ਤੁਸੀਂ ਜ਼ਿਆਦਾ ਉੱਚੀ ਆਵਾਜ਼ ਨਹੀਂ ਕਰ ਪਾਉਂਦੇ, ਔਰ ਤੁਸੀਂ ਵੱਧ ਤੋਂ ਵੱਧ, ਮੇਰੀ ਕੋਸ਼ਿਸ਼ ਰਹਿੰਦੀ ਔਰ ਮੇਰੀ ਪਰਸਨੈਲਿਟੀ ਵੀ ਹੈਗੀ ਕਿ ਜਦ ਤੋਂ ਵੱਧ ਪੋਲਾਈਟ ਰਵਾਂ, ਪਰ ਪੋਲਾਈਟਨੈਸ ਸ਼ੁੱਡ ਨਾਟ ਬੀ ਕੰਸੀਡਰਡ ਐਜ਼ ਯੋਰ ਵੀਕਨੈਸ। ਯੂ ਹੈਵ ਟੂ ਬੀ ਵੈਰੀ ਫਰਮ ਇਨ ਯੋਰ ਡੀਲਿੰਗਸ ਵਿਦ ਪੀਪਲ। ਹੁਣ ਕਿਉਂਕਿ ਇਸ ਵੇਲੇ ਜਿਹੜੇ ਲੋਕ ਤੁਹਾਨੂੰ ਸੁਣ ਰਹੇ ਆ, ਦੇਖ ਰਹੇ ਆ, ਦੁਨੀਆ ਭਰ ਦੇ ਵਿੱਚ ਦੇਖ ਰਹੇ ਹੈਗੇ ਆ, ਆਪਾਂ ਲੋਕਲ ਇਸ਼ੂਜ਼ ਦੀਆਂ ਜਾਂ ਆਪਣੇ ਲੋਕਾਂ ਦੀਆਂ ਕਾਫੀ ਗੱਲਾਂ ਕੀਤੀਆਂ, ਔਰਤਾਂ ਦੀਆਂ ਇਨ ਜਨਰਲ ਕਿਹੋ ਜਿਹੀਆਂ ਸਮੱਸਿਆਵਾਂ ਨੇ। ਥੋੜ੍ਹਾ ਜਿਹਾ ਮੈਂ ਜੇ ਆਪਾਂ ਵਾਈਡ ਐਂਗਲ ਤੋਂ ਇਸ ਚੀਜ਼ ਨੂੰ ਦੇਖਣਾ ਚਾਹੀਏ, ਮੈਂ ਕਿਉਂਕਿ ਤੁਸੀਂ ਇੱਕ ਔਰਤ ਹੋ, ਮੈਂ ਇੱਕ ਔਰਤ ਹਾਂ,
ਮੈਨੂੰ ਹਮੇਸ਼ਾ ਇਹ ਹੁੰਦਾ ਕਿ ਜਦੋਂ ਆਪਾਂ ਬੈਠਦੇ ਹਾਂ ਵਿੱਚੋਂ ਕੋਈ ਨਾ ਕੋਈ ਜਿਹੜੀ ਪੋਜ਼ਿਟਿਵ ਕੰਕਰੀਟ ਗੱਲ ਹੈ ਉਹ ਵੀ ਨਿਕਲਣੀ ਚਾਹੀਦੀ ਹੈ। ਹੁਣ ਦੁਨੀਆ ਭਰ ਦੇ ਵਿੱਚ ਬਹੁਤ ਸਾਰੀਆਂ ਔਰਤਾਂ ਨੇ ਵੱਖ-ਵੱਖ ਪ੍ਰੋਫੈਸ਼ਨਸ ਦੇ ਵਿੱਚ ਸਟਰਗਲ ਕਰ ਰਹੀਆਂ ਨੇ, ਬਹੁਤ ਸਾਰੀਆਂ ਇਦਾਂ ਦੀਆਂ ਭੇਦਭਾਵ ਦੀ ਤੁਸੀਂ ਗੱਲ ਕੀਤੀ ਹੈ ਕਿ ਸੈਕਸਿਜ਼ਮ ਹੈਗਾ ਆ, ਜਾਂ ਈਵਨ ਜਿਹੜੇ ਰੇਸ਼ੀਅਲ ਪ੍ਰੋਫਾਈਲਿੰਗ ਵੀ ਕੀਤੀ ਜਾਂਦੀ ਹੈ, ਇਹ ਸਾਰੀਆਂ ਚੀਜ਼ਾਂ ਹੁੰਦੀਆਂ। ਕਿਹੜੇ ਖਾਸ ਇਸ਼ੂਜ਼ ਨੇ ਜਿਹੜੇ ਤੁਹਾਨੂੰ ਲੱਗਦਾ ਹੈ ਕਿ ਵਾਈਡਰ ਲੈਵਲ ਦੇ ਉੱਤੇ ਜਿਨ੍ਹਾਂ ਬਾਰੇ ਧਿਆਨ ਦੇਣ ਦੀ ਜ਼ਰੂਰਤ ਹੈ, ਫੋਕਸ ਕਰਨ ਦੀ ਜ਼ਰੂਰਤ ਹੈ, ਤੇ ਇਨ ਫਿਊਚਰ ਤੁਸੀਂ ਚਾਹੇ ਸਰੀ ਦੇ ਵਿੱਚ ਬੈਠੇ ਹੋ, ਤੁਸੀਂ ਕੰਮ ਕਰਨਾ ਚਾਹੁੰਦੇ ਹੋ ਉਹਨਾਂ ਇਸ਼ੂਜ਼ 'ਤੇ? ਮੈਨੂੰ ਬਹੁਤ ਜ਼ਿਆਦਾ ਜਿਹੜੇ ਮੇਰੀ ਬੈਕਗਰਾਉਂਡ ਰਹੀ ਹੈਗੀ ਹੈ, ਇੱਕ ਤਾਂ ਵਰਕਰਸ ਰਾਈਟਸ ਤੇ ਇੱਕ ਹਿਊਮਨ ਰਾਈਟਸ 'ਚ ਮੇਰਾ ਬਹੁਤ ਜ਼ਿਆਦਾ ਇੰਟਰਸਟ ਰਿਹਾ। ਔਰ ਮੈਂ ਕਿਉਂਕਿ ਸਰੀ ਬੀਇੰਗ ਅ ਵੈਰੀ ਵੈਰੀ ਡਿਵਰਸ ਕਮਿਊਨਿਟੀ, ਬਹੁਤ ਜ਼ਿਆਦਾ ਅਸੀਂ ਕਈ ਚੀਜ਼ਾਂ ਸੋਚ ਲੈਂਦੇ ਹਾਂ ਕਿ ਬਹੁਤ ਹੀ, ਕਿਉਂਕਿ ਡਿਵਰਸ ਹੈਗੀ ਹੈ, ਇੰਨੇ ਜ਼ਿਆਦਾ MLAs ਅਸੀਂ ਬਣਾ ਕੇ ਭੇਜ ਦਿੱਤੇ हैं ਲੈਜਿਸਲੇਚਰ ਵਿੱਚ, ਜਾਂ ਇੰਨੇ MPs ਅਸੀਂ ਆਪਣੇ ਬਣਾ ਕੇ ਭੇਜਦੇ हैं, ਤੇ ਜਿਹੜੇ ਰੇਸਿਜ਼ਮ ਦੇ ਇਸ਼ੂਜ਼ ਹੈ ਉਹ ਮਾਇਨਾ ਨਹੀਂ ਰੱਖਦੇ ਹੈਗੇ। ਮੈਂ ਜਦ ਵੀ ਕੋਈ ਗੱਲ ਹੁੰਦੀ ਹੈ, ਔਰ ਸਪੈਸ਼ਲੀ ਅੱਜ ਕੱਲ੍ਹ ਜਦ ਕਿ ਹਿਸਟਰੀ ਦੇ ਅਸੀਂ ਇੰਨੇ ਜ਼ਿਆਦਾ ਪਿਵਟਲ ਟਾਈਮ ਤੇ ਪਹੁੰਚੇ ਹੋਏ ਹਾਂ ਨਵਜੋਤ, ਜਦ ਕਿ ਰੇਸਿਜ਼ਮ ਦੀ ਗੱਲ ਬਹੁਤ ਖੁੱਲ੍ਹੇਆਮ ਹੋ ਰਹੀ ਹੈ ਨਾ। ਤੇ ਮੈਂ ਜਾਣਦੀ, ਮੈਂ ਥੋੜ੍ਹੇ ਸਾਲ ਜਦ ਮੈਂ ਇਲੈਕਟ ਨਹੀਂ ਹੋਈ ਸੀਗੀ, ਉਸ ਤੋਂ ਥੋੜ੍ਹਾ ਸਮਾਂ ਪਹਿਲਾਂ ਮੈਂ ਇੱਕ ਟਾਊਨ ਹਾਲ ਕਰਾਇਆ ਸੀਗਾ ਰੇਸਿਜ਼ਮ ਦੇ ਉੱਤੇ। ਤਦ ਡੋਨਲਡ ਟਰੰਪ ਦੀ ਇਲੈਕਸ਼ਨ ਚੱਲ ਰਹੀ ਸੀਗੀ, ਤੇ ਤਦ ਬਹੁਤ ਵਾਈਟ ਸੁਪਰਮੇਸੀ ਦਾ ਬੋਲਬਾਲਾ ਹੋ ਰਿਹਾ ਸੀਗਾ, ਨਾਟ ਜਸਟ ਇਨ US ਪਰ ਇਨ ਕੈਨੇਡਾ ਟੂ। ਤੇ ਜਦ ਮੈਂ ਇਹ ਗੱਲ ਉਠਾਉਣ ਦੀ ਕੋਸ਼ਿਸ਼ ਕੀਤੀ ਤੇ ਲੋਕਾਂ ਨੇ ਬਹੁਤ ਜ਼ਿਆਦਾ ਕਿਹਾ, ਨੋ ਦੈਟਸ ਨਾਟ ਐਨ ਇਸ਼ੂ, ਅਸੀਂ ਕੈਨੇਡਾ 'ਚ ਬੈਠੇ ਹਾਂ, ਕੈਨੇਡਾ ਇਜ਼ ਸੱਚ ਅ ਮਲਟੀਕਲਚਰਲ ਕੰਟਰੀ, ਇਹ ਇਸ਼ੂ ਨਹੀਂ ਹੈਗਾ। ਜਿਹੜਾ ਮੈਨੂੰ ਲੱਗਦਾ ਕਿ ਜਿਹੜੀ ਪੋਜੀਸ਼ਨ 'ਤੇ ਮੈਂ ਬੈਠੀ ਹਾਂ ਪ੍ਰਿਵਿਲੇਜ ਦੀ, ਬਹੁਤ ਜ਼ਿਆਦਾ ਪ੍ਰਿਵਿਲੇਜ ਮੈਨੂੰ ਮਿਲਿਆ ਹੈਗਾ, ਪਰ ਇਹ ਪ੍ਰਿਵਿਲੇਜ ਨੂੰ ਮੈਂ ਜੇ ਇਹ ਸੋਚ ਕੇ ਰੱਖ ਲਵਾਂ ਕਿ ਇਹ ਪ੍ਰਿਵਿਲੇਜ ਹੋ ਗਿਆ, ਮੈਂ ਤਾਂ ਜੀ ਬਹੁਤ ਕੁਛ ਅਚੀਵ ਕਰ ਲਿਆ, everything is all good and I stay quiet on issues that really matter, I think ਕਿ ਮੈਂ ਬਹੁਤ ਜ਼ਿਆਦਾ ਗਲਤ ਗੱਲ ਕਰ ਰਹੀ ਹੋਊਂਗੀ। ਜਿਹੜੀਆਂ ਸਾਡੇ ਜਿਹੜੀ ਜਨਰੇਸ਼ਨ ਨੇ ਮੇਰੇ ਤੋਂ ਬਾਅਦ ਆਉਣਾ ਹੈਗਾ, ਉਹਨਾਂ ਲਈ ਮੈਂ ਬਹੁਤ ਹੀ ਉਹਨਾਂ ਨਾਲ ਨਾ ਇਨਸਾਫੀ ਕਰ ਰਹੀ ਹੋਊਂਗੀ, ਕਿਉਂਕਿ ਅਜੇ ਵੀ ਬਹੁਤ ਬੈਰੀਅਰਸ ਹੈਗੇ ਨਵਜੋਤ, ਯੂ ਨੋ ਦੈਟ ਰਾਈਟ। ਬੈਰੀਅਰਸ ਨਾਟ ਜਸਟ ਫॉर ਵੂਮੈਨ, ਪਰ ਜਿਹੜੀ ਇੰਟਰਸੈਕਸ਼ਨੈਲਿਟੀ ਹੈ, ਜਿਹੜੀ ਓਪਰੈਸ਼ਨ ਦੀ ਜਿਹੜੀ ਡਿਗਰੀ ਹੈ ਉਹ ਵੱਧ ਜਾਂਦੀ ਹੈ ਜੇ ਤੁਸੀਂ ਇੱਕ ਔਰਤ ਕਲਰ ਵਾਲੇ ਹੈਗੇ ਹੋ। ਤੁਸੀਂ ਔਰਤ ਉਵੇਂ ਦੀ ਹੋ ਜਿਵੇਂ ਤੁਸੀਂ ਤੇ ਮੈਂ, ਵੀ ਆਰ ਵੂਮਨ ਆਫ ਕਲਰ, ਬਟ ਅਸੀਂ ਪੜ੍ਹੀਆਂ ਲਿਖੀਆਂ ਔਰਤਾਂ, ਅਸੀਂ ਅੰਗਰੇਜ਼ੀ ਬੋਲਦੀਆਂ, ਸਾਡਾ ਪਹਿਰਾਵਾ ਜੇ ਅਸੀਂ ਬਾਹਰ ਜਾਂਦੀਆਂ ਤੇ ਅਸੀਂ ਮਿੰਗਲ ਹੋ ਜਾਂਦੀਆਂ। ਪਰ ਤੁਸੀਂ ਉਹ ਔਰਤਾਂ ਦੇਖੋ ਜਿਹੜੀਆਂ ਕਿ ਜਿਹਨਾਂ ਕੋਲ ਐਜੂਕੇਸ਼ਨ ਨਹੀਂ ਹੈਗੀ ਹੈ, ਜਿਹੜੀਆਂ ਆਪਣੇ ਆਪ ਨੂੰ ਪ੍ਰੋਟੈਕਟ ਨਹੀਂ ਕਰ ਰਹੀਆਂ, ਜਦ ਆਪਣੇ ਆਪ ਨੂੰ ਡਿਫੈਂਡ ਨਹੀਂ ਕਰ ਸਕਦੀਆਂ, ਜਾਂ ਜਿਹੜੀਆਂ ਔਰਤਾਂ ਜਿਹਨਾਂ ਬਹੁਤ ਹੀ ਵਿਜ਼ੀਬਲ ਹੈ, ਜਿਵੇਂ ਹਿਜਾਬ ਪਾਉਂਦੀਆਂ ਜਿਹੜੀਆਂ ਔਰਤਾਂ। ਮੈਨੂੰ ਇਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਹੈਗਾ ਕਿ ਜਿਹੜੀ ਮੁਸਲਮਾਨ ਔਰਤਾਂ, ਔਰ ਸਪੈਸ਼ਲੀ ਸਰੀ ਵਿੱਚ ਸਾਡੇ ਕੋਲ ਬਹੁਤ ਵੱਡੀ ਗਿਣਤੀ ਹੈ ਮੁਸਲਿਮ ਪੋਪੂਲੇਸ਼ਨ ਦੀ, ਮੈਂ ਮੁਸਲਮਾਨਾਂ ਇਸਲਾਮੋਫੋਬੀਆ ਬਾਰੇ ਕਾਫੀ ਜ਼ਿਆਦਾ ਆਵਾਜ਼ ਉਠਾਉਂਦੀ ਹਾਂ। ਕਈ ਲੋਕੀ ਮੈਨੂੰ ਕਹਿੰਦੇ ਕਿ ਤੂੰ ਤੇਰੇ ਵੋਟਾਂ ਦੀ ਪੋਲੀਟਿਕਸ ਹੈ, ਰਾਈਟ, ਐਂਡ ਮੈਨੂੰ ਇਹ ਲੱਗਦਾ ਹੈ ਕਿ ਵੋਟਾਂ ਦੀ ਪੋਲੀਟਿਕਸ ਤਾਂ ਮੇਰੀ ਸਾਰਿਆਂ ਲਈ ਹੈ, ਰਾਈਟ। ਮੇਰੇ ਕੋਲ ਪੰਜਾਬੀ ਲੋਕੀ ਵੀ ਬਹੁਤ ਸਪੈਸੀਫਿਕ ਨਹੀਂ ਹੈ, ਪਰ ਇਹ ਕਿ ਮੈਨੂੰ ਇਹ ਲੱਗਦਾ ਹੈ ਕਿ ਦੈਟ ਕਮਿਊਨਿਟੀ, ਜੇ ਉਹਨਾਂ ਦੇ ਮਸਲੇ ਹੈ, ਜੇ ਮੈਂ ਨਹੀਂ ਚੱਕੂੰਗੀ, ਦੇ ਡੋਂਟ ਹੈਵ ਅ ਰਿਪਰੈਜ਼ੈਂਟੇਟਿਵ ਇਨ ਦ ਲੈਜਿਸਲੇਚਰ। ਅਜੇ ਤੱਕ ਕੋਈ ਵੀ ਸਰੀ ਤੋਂ ਇੱਕ ਅਸੀਂ ਮੁਸਲਮਾਨ MLA ਨਹੀਂ ਭੇਜਿਆ ਲੈਜਿਸਲੇਚਰ ਵਿੱਚ, ਅਸੀਂ ਮੁਸਲਮਾਨ MP ਵੀ ਨਹੀਂ ਭੇਜਿਆ ਇਨ ਦੀ, ਔਰ ਦਿਸ ਇਜ਼ ਆਈ ਥਿੰਕ ਵੀ ਨੀਡ ਟੂ ਡੂ ਐਨ ਇੰਟਰਸਪੈਕਸ਼ਨ ਅਬਾਊਟ ਦੈਟ ਟੂ, ਕਿ ਇੱਕੋ ਜਦ ਅਸੀਂ ਇੱਕ ਡਾਇਵਰਸਿਟੀ ਦੀ ਗੱਲ ਕਰਦੇ ਹਾਂ, ਡਾਇਵਰਸਿਟੀ ਦੇ ਵਿੱਚ ਵੀ ਡਾਇਵਰਸਿਟੀ ਹੈਗੀ ਹੈ, ਅਸੀਂ ਉਹਦੇ ਵਿੱਚ ਵੀ ਅਸੀਂ ਦੇਖਣਾ ਪਏਗਾ ਜਦ ਅਸੀਂ ਬੋਰਡ ਸਿਲੈਕਸ਼ਨਸ ਕਰ ਰਹੇ ਹੈਗੇ ਹਾਂ, ਜਾਂ ਅਸੀਂ ਸੋਚ ਰਹੇ ਹਾਂ ਕਿਹਨੂੰ ਅਸੀਂ ਮੈਂਟੋਰ ਕਰਨਾ ਹੈਗਾ, ਤੇ ਇੱਕੋ ਵਰਗ ਨੂੰ ਨਾ ਕਰੀ ਜਾਈਏ। ਕਿਉਂਕਿ ਮੇਰਾ ਭਾਈਚਾਰਾ, ਕਿਉਂਕਿ ਮੈਂ ਇੱਕ ਪੰਜਾਬੀ ਇੰਡੀਅਨ ਮੂਲ ਦੀ ਹੈਗੀ ਹਾਂ, ਮੇਰਾ ਵਾਸਤਾ ਵੀ ਜ਼ਿਆਦਾ ਉਹਨਾਂ ਲੋਕਾਂ ਨਾਲ ਪੈ ਰਿਹਾ, ਪਰ ਆਈ ਹੈਵ ਟੂ ਟੇਕ ਕੇਅਰ ਆਫ ਦੈਟ ਕਮਿਊਨਿਟੀ ਦੈਟ ਇਜ਼ ਬੀਇੰਗ ਲੈਫਟ ਬਿਹਾਈਂਡ। ਕੀ ਪਤਾ ਉਹ ਆਪਣੀ ਆਵਾਜ਼ ਉਨੀ ਚੰਗੀ ਤਰ੍ਹਾਂ ਨਹੀਂ ਚੱਕ ਪਾ ਰਹੇ, ਕਿਉਂਕਿ ਉਹਨਾਂ ਕੋਲ ਬੈਰੀਅਰਸ ਹੀ ਬਹੁਤ ਹੈਗੇ, ਉਹ ਆਪਣੇ ਕੰਮਾਂ, ਆਪਣੇ ਕਾਰਾਂ 'ਚ ਇੰਨੇ ਰੁੱਝੇ ਹੋਏ ਹੈ ਕਿ ਉਹਨਾਂ ਕੋਲ ਇਹ ਮੌਕਾ ਨਹੀਂ ਮਿਲ ਰਿਹਾ ਕਿ ਆਪਣੀ ਆਵਾਜ਼ ਚੱਕ ਸਕਣ। ਸੋ ਆਈ ਵਾਂਟ ਟੂ ਬੀ ਦੇਅਰ ਵੌਇਸ। ਜੀ ਰਚਨਾ ਜੀ, ਸਮਾਂ ਆਪਣੇ ਕੋਲ ਹੁਣ ਥੋੜ੍ਹਾ, ਮੈਂ ਇਸ ਗੱਲਬਾਤ ਨੂੰ ਸਮੇਟਣਾ ਚਾਹੁੰਦੀ ਹਾਂ। ਰਚਨਾ ਦੇ ਇਹ ਤਾਂ ਹੋ ਗਈਆਂ ਪੋਲੀਟੀਕਲ ਗੱਲਾਂ, ਰਚਨਾ ਦੇ ਲਾਈਫ ਦੇ ਵਿੱਚ ਹੋਰ ਕੀ ਗੋਲ ਹੈਗੇ ਆ? ਜੀ ਮੈਂ ਤਾਂ ਅਜੇ ਤੱਕ ਤਾਂ ਆਈ ਐਮ ਇੰਜੋਇੰਗ, ਰਾਈਟ, ਪਰ ਮੈਂ ਬਹੁਤ ਚੀਜ਼ਾਂ ਡੀ-ਸਟ੍ਰੈਸ ਕਰਨ ਲਈ ਕਰਦੀ ਹਾਂ ਨਵਜੋਤ। ਮੈਂ ਬਹੁਤ ਫਿਲਮਾਂ ਦੇਖਦੀ ਹਾਂ। ਮੈਂ ਇੱਕ ਇੰਪੋਰਟੈਂਟ ਕੁਐਸਚਨ ਸੀ, ਮੈਂ ਸੋਚਿਆ ਸੀ ਤੁਹਾਨੂੰ ਜ਼ਰੂਰ ਪੁੱਛਣਾ, ਤੁਹਾਡੀ ਇੱਕ ਟਿਪੀਕਲ ਦਿਨ ਤੁਹਾਡਾ ਕਿੱਦਾਂ ਹੁੰਦਾ, ਕਿਹੋ ਜਿਹੀ ਰੂਟੀਨ ਹੈ ਦਿਨ? ਕੋਈ ਰੂਟੀਨ ਪੱਕੀ? ਬਿਲਕੁਲ, ਮੈਂ
ਜੇ ਮੇਰਾ ਬਹੁਤ ਬਿਜ਼ੀ ਦਿਨ ਵੀ ਚੱਲ ਰਿਹਾ ਹੋਵੇ ਨਾ, ਜਿਹੜਾ ਕਿ ਲੈਜਿਸਲੇਚਰ 'ਚ ਇੱਕ ਟਿਪੀਕਲ ਦਿਨ ਹੈਗਾ ਜਦ ਅਸੀਂ 12-12 14-14 ਘੰਟੇ ਵੀ ਲੈਜਿਸਲੇਚਰ 'ਚ ਹੈਗੀਆਂ ਔਰ ਵਨ ਆਫਟਰ ਅਨਦਰ ਕੋਈ ਨਾ ਕੋਈ ਇਸ਼ੂ ਤੇ ਗੱਲ ਕਰਨੀ ਹੈ ਜਾਂ ਕੋਈ ਕਾਕਸ ਮੀਟਿੰਗਸ ਵਿੱਚ ਹੈਗੀਆਂ, ਆਈ ਸਟਿਲ ਟੇਕ ਆਊਟ ਟਾਈਮ ਜਾਂ ਤਾਂ ਮੈਂ ਕੁਝ ਪੜੂੰਗੀ। ਅੱਛਾ। ਔਰ ਉਹ ਕਿਤਾਬਾਂ ਜਿਹੜੀਆਂ ਕਈ ਵਾਰ ਮੈਂ ਉਹ ਕਿਤਾਬਾਂ ਜਿਹੜੀਆਂ ਬਹੁਤ ਵਾਰ ਪੜ੍ਹੀਆਂ ਹੁੰਦੀਆਂ ਮੈਂ ਦੁਬਾਰਾ ਪੜ੍ਹ ਲੈਂਦੀ ਹਾਂ ਕਿਉਂਕਿ ਮੈਨੂੰ ਖੁਸ਼ੀ ਦਿੰਦੀਆਂ ਉਹ ਕਿਤਾਬਾਂ। ਐਂਡ ਇੱਕ ਹੈ ਮੈਂ ਫਿਲਮਾਂ ਬਹੁਤ ਦੇਖਦੀ ਹਾਂ, ਰੀਅਲੀ ਬਹੁਤ ਜ਼ਿਆਦਾ। ਔਰ ਬਾਲੀਵੁੱਡ ਬਫ ਮੇਰੀ ਬੱਚੀ ਅੱਜ ਕੱਲ੍ਹ ਬਾਲੀਵੁੱਡ ਬਫ ਬਣੀ ਹੈ ਅਤੇ ਉਹ ਸਿਰਫ ਮੈਨੂੰ ਦੇਖ ਕੇ। ਇੰਡੀਅਨ ਸਿਨੇਮਾ, ਇੰਡੀਆ ਦੇ ਨਾਲ ਅਜੇ ਵੀ ਮੇਰਾ ਬਹੁਤ ਜ਼ਿਆਦਾ ਰੁਝਾਨ ਹੈਗਾ ਕਿਉਂਕਿ ਮੈਂ ਇੰਡੀਆ 'ਚ ਕਾਫੀ ਵੱਡੀ ਉਮਰ 'ਚ ਆਈ ਹਾਂ ਇੰਡੀਆ ਤੋਂ, ਅਤੇ ਇੰਡੀਆ ਦੀ ਪੋਲੀਟਿਕਸ 'ਚ ਆਈ ਟੇਕ ਕੀਨ ਇੰਟਰਸਟ। ਪਰ ਮੈਂ ਉਹਦੀ ਫਿਲਮਾਂ ਜਿਹੜੀ ਫਿਲਮਾਂ ਵਿੱਚ ਜੋ ਨਜ਼ਰ ਆ ਰਿਹਾ ਕਿਉਂਕਿ ਉਹ ਤੁਹਾਨੂੰ ਸੁਸਾਇਟੀ ਦੀ ਰਿਫਲੈਕਸ਼ਨ ਨਜ਼ਰ ਆਏਗਾ ਜੀ, ਅਤੇ ਉਹ ਮੈਂ ਦੇਖਣ 'ਚ ਕਾਫੀ ਜ਼ਿਆਦਾ ਇੰਟਰਸਟ ਲੈਂਦੀ ਹਾਂ ਕਿ ਕਿਵੇਂ ਸੋ ਔਰ ਮੈਨੂੰ ਇੱਕ ਟਰੈਵਲਿੰਗ ਦਾ ਬਹੁਤ ਸ਼ੌਕ ਹੈ ਜਿਹੜਾ ਕਿ ਅੱਜ ਕੱਲ੍ਹ ਬਹੁਤ ਕੰਪਰੋਮਾਈਜ਼ ਹੋ ਗਿਆ ਕੋਵਿਡ ਕਰਕੇ। ਮੈਨੂੰ ਬਹੁਤ ਜ਼ਿਆਦਾ ਦੁੱਖ ਹੈ ਉਸ ਚੀਜ਼ ਦਾ, ਪਰ ਮੈਂ ਜਦ ਵੀ ਮੇਰੇ ਕੋਲ ਸਮਾਂ ਹੋਵੇ ਅਤੇ ਥੋੜ੍ਹੇ ਜਿਹੇ ਰਿਸੋਰਸਿਸ ਹੁੰਦੇ, ਪੈਸੇ ਹੋਣ ਕਿਉਂਕਿ ਟਰੈਵਲਿੰਗ ਪੈਸਾ ਮੰਗਦੀ ਹੈ, ਅਤੇ ਮੈਂ ਜ਼ਰੂਰ ਟਰੈਵਲ ਕਰਨਾ ਚਾਹੁੰਦੀ ਹਾਂ। ਸੁਭਾਅ ਦੀ ਗੱਲ ਨਹੀਂ ਹੋਈ ਹਾਲੇ ਤੱਕ। ਅਖੀਰ 'ਚ ਮੈਂ ਚਾਹੁੰਦੀ ਹਾਂ ਕਿ ਤੁਸੀਂ ਸਮ ਅਪ ਕਰੋ ਕਿ ਰਚਨਾ ਸਿੰਘ ਕਿਹੋ ਜਿਹੀ ਪਰਸਨੈਲਿਟੀ ਹੈ। ਜੇ 2-4 ਸੈਂਟੈਂਸਿਸ ਦੇ ਵਿੱਚ ਇਹ ਗੱਲ ਕਹਿਣੀ ਹੋਵੇ, ਕਿੱਦਾਂ ਸਮ ਅਪ ਕਰੋਗੇ? ਮੈਂ ਆਈ ਲੀਵ ਇਟ ਟੂ ਅਦਰ ਪੀਪਲ ਟੂ ਸਮ ਮੀ ਅਪ, ਪਰ ਮੈਂ ਇਹ ਕਹੂੰਗੀ ਕਿ ਮੈਂ ਬਹੁਤ ਜ਼ਿਆਦਾ ਖੁਸ਼ ਰਹਿਣ ਵਾਲੀ ਹਾਂ। ਮਤਲਬ ਆਈ ਸੀ ਦ ਪੋਜ਼ੀਟਿਵਸ, ਲਾਈਕ ਹਰ ਬੰਦੇ ਦੀ ਇੱਕ ਹੁੰਦੀ ਹੈ ਕਿ ਦੇ ਆਰ ਆਪਟਿਮਿਸਟਿਕ ਔਰ ਦੇ ਆਰ ਪੈਸਿਮਿਸਟਿਕ। ਆਈ ਐਮ ਵੈਰੀ ਰੀਅਲਿਸਟਿਕ। ਮੈਂ ਕੋਈ ਸਨੀ ਗਲਾਸਿਸ ਨਹੀਂ ਲਾਏ ਹੋਏ ਕਿ ਮੈਂ ਜਾਣਦੀ ਨਹੀਂ ਕਿ ਦੁਨੀਆ ਵਿੱਚ ਕਿੰਨੀਆਂ ਕਰੋਪੀਆਂ ਹੈਗੀਆਂ ਜਾਂ ਦੁਨੀਆ ਵਿੱਚ ਕੀ ਮਾੜਾ ਹੋ ਰਿਹਾ। ਆਈ ਅੰਡਰਸਟੈਂਡ ਦੈਟ, ਪਰ ਫਿਰ ਵੀ ਇਹ ਚੀਜ਼ ਮੈਂ ਕਿਤੇ ਨਾ ਕਿਤੇ ਆਪਣੇ ਪਿਤਾ ਜੀ ਤੋਂ ਲਈ ਹੈ। ਮਾਈ ਫਾਦਰ ਆਲਵੇਜ਼ ਸੀਜ਼ ਦੈਟ ਉਹ ਲਿਟਰੇਚਰ ਦੇ ਪ੍ਰੋਫੈਸਰ ਹੈ ਅਤੇ ਉਹ ਬਹੁਤ ਜ਼ਿਆਦਾ ਲੋਕਾਂ ਨੂੰ ਐਨਾਲਾਈਜ਼ ਕਰ ਲੈਂਦੇ ਆ। ਮੈਂ ਸਾਈਕੋਲੋਜੀ ਤੋਂ ਆਈ ਹਾਂ, ਮੈਨੂੰ ਵੀ ਲੋਕਾਂ ਦਾ ਬਹੁਤ ਜਲਦੀ ਪਤਾ ਚੱਲ ਜਾਂਦਾ ਕਿ ਕਿੱਥੋਂ ਉਹ ਬੋਲ ਰਹੇ। ਬਟ ਆਈ ਆਲਵੇਜ਼ ਟਰਾਈ ਟੂ ਫਾਈਂਡ ਆਊਟ ਕਿ ਬੰਦਾ ਜੇ ਕਿਤੇ ਨੈਗੇਟਿਵ ਵੀ ਜਦ ਨਜ਼ਰ ਆ ਰਿਹਾ ਉਹਦੇ ਵਿੱਚ ਵੀ ਕਈ ਕਾਰਨ ਹੋਣਗੇ ਕਿ ਜੇ ਉਹ ਕਰਪਟ ਨਜ਼ਰ ਆ ਰਿਹਾ ਜਾਂ ਉਹ ਖੁਦਗਰਜ਼ ਨਜ਼ਰ ਆ ਰਿਹਾ, ਉਹਦੇ ਵਿੱਚ ਕੀ ਕਾਰਨ ਰਹੇ ਹੋਣਗੇ, ਵਟ ਮੇਡ ਹਿਮ ਅਪ, ਕੀ ਸੋਸ਼ੀਓਲੋਜੀਕਲ ਜਾਂ ਸਾਈਕੋਲੋਜੀਕਲ ਰੀਜ਼ਨਸ ਹੋਣਗੇ ਕਿ ਉਹ ਬੰਦਾ ਉਵੇਂ ਦਾ ਐਕਟ ਕਰ ਰਿਹਾ ਜਿਵੇਂ ਉਹ ਕਰ ਰਿਹਾ। ਸੋ ਆਈ ਟਰਾਈ ਟੂ ਗਿਵ ਪੀਪਲ ਅ ਲੋਟ ਆਫ ਬੈਨੀਫਿਟ ਆਫ ਡਾਊਟ। ਪਰ ਹੈ ਕਿ ਮੈਂ ਕਹੂੰਗੀ ਕਿ ਮੇਰੀ ਸਾਈਕੋਲੋਜੀ ਦੀ ਟ੍ਰੇਨਿੰਗ ਨੇ ਮੈਨੂੰ ਇੰਨਾ ਕੁ ਦੱਸਿਆ ਹੋਇਆ ਕਿ ਲੋਕਾਂ ਦੀ ਫਿਤਰਤ ਕੀ ਹੈਗੀ। ਸੋ ਆਈ ਸਟਿਲ ਵਿਦ ਨੋਇੰਗ ਵਟ ਦੇ ਆਰ, ਆਈ ਟਰਾਈ ਟੂ ਕੀਪ ਮਾਈ ਸੈਲਫ ਵੈਰੀ ਪੋਜ਼ੀਟਿਵ ਬਟ ਅ ਵੈਰੀ ਵੈਰੀ ਫਰਮ ਪਰਸਨ। ਲੋਕੀ ਕਈ ਵਾਰ ਮੈਨੂੰ ਦੇਖਦੇ ਆ ਅਤੇ ਮੈਂ ਬਹੁਤ ਹੱਸਦੀ ਰਹਿੰਦੀ ਹਾਂ ਜਾਂ ਮੁਸਕਰਾਉਂਦੀ ਹਾਂ, ਪਰ ਵਨ ਥਿੰਗ ਜਿਹੜਾ ਹੁਣ ਲੋਕਾਂ ਨੂੰ ਮੇਰੇ ਖਿਆਲ ਪਤਾ ਚੱਲ ਗਿਆ ਹੋਏਗਾ ਕਿ ਯੂ ਕੈਨੋਟ ਟੇਕ ਰਚਨਾ ਫॉर ਗ੍ਰਾਂਟਿਡ। ਰਚਨਾ ਇਜ਼ ਵੈਰੀ ਫਰਮ, ਵੈਰੀ ਇੰਡੀਪੈਂਡੈਂਟ ਵੂਮਨ who can take her own decisions, ਪਰ keeping her family with her. I am not a kind of person ਕਿ ਮੈਂ ਅੱਗੇ ਵੱਧ ਜਾਵਾਂ ਅਤੇ ਮੇਰੀ ਪਰਿਵਾਰ ਸਾਈਡ 'ਤੇ ਰਹਿ ਜਾਵੇ। ਮੈਂ ਅੱਗੇ ਵਧਣਾ ਚਾਹੂੰਗੀ keeping my family together. ਰਚਨਾ ਜੀ, ਬਹੁਤ ਵਧੀਆ ਲੱਗਾ ਕਿ ਗੁਰਪ੍ਰੀਤ ਸਿੰਘ ਦੀ ਵਾਈਫ ਤੋਂ ਰਚਨਾ ਸਿੰਘ ਹੁਣ ਰਚਨਾ ਸਿੰਘ ਬਣ ਚੁੱਕੇ ਆ। ਰਚਨਾ ਸਿੰਘ ਦੀ ਇੱਕ ਆਪਣੀ ਪਹਿਚਾਣ ਹੈ। ਬਾਕੀ ਜਿਹੜੇ ਤੁਸੀਂ ਇਸ਼ੂਜ਼ ਦੀ ਗੱਲ ਕੀਤੀ ਹੈ ਉਹ ਵਰਲਡ ਲੈਵਲ ਦੇ ਉੱਤੇ ਉਹ ਇਸ਼ੂਜ਼ ਵਾਕਈ ਡਿਸਕਸ ਕੀਤੇ ਜਾਣੇ ਬਣਦੇ ਆ। ਇਕੱਲੇ ਡਿਸਕਸ਼ਨ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਕਹਿੰਦੇ ਕਿ ਤਰਕ ਅਤੇ ਸੰਵਾਦ ਜਦੋਂ ਇਕੱਠੇ ਚੱਲਦੇ ਹੈਗੇ ਆ ਉਦੋਂ ਜ਼ਰੂਰ ਕੋਈ ਨਾ ਕੋਈ ਨਤੀਜਾ ਨਿਕਲਣ ਦੀ ਆਸ ਹੁੰਦੀ ਹੈ। ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਤੁਸੀਂ ਇਹਨਾਂ ਚੀਜ਼ਾਂ ਬਾਰੇ ਪੂਰੀ ਤਰ੍ਹਾਂ ਅਵੇਅਰ ਹੋ ਅਤੇ ਅੱਗੇ ਇਹਨਾਂ ਬਾਰੇ ਕੰਮ ਕਰਨਾ ਚਾਹੁੰਦੇ ਹੋ। ਤੁਹਾਨੂੰ ਮੈਂ ਆਲ ਦਾ ਬੈਸਟ ਕਹਿੰਦੀ ਹਾਂ। ਬਹੁਤ ਬਹੁਤ ਸ਼ੁਕਰੀਆ। ਔਰ ਮੈਨੂੰ ਇਹ ਲੱਗਦਾ ਕਿ ਅੱਜ ਜਿਹੜੀ ਇਹ ਗੱਲਬਾਤ ਹੋਈ ਹੈ ਇਹ ਤੁਹਾਡੇ ਬਿਲਕੁਲ ਟਰੂ ਐਕਸਪ੍ਰੈਸ਼ਨ ਸੀ। ਬਹੁਤ ਬਹੁਤ ਸ਼ੁਕਰੀਆ ਨਵਜੋਤ। ਮੈਂ ਫਿਰ ਤੋਂ ਤੁਹਾਡੀ ਸ਼ੁਕਰੀਆ। ਤੁਸੀਂ ਇੱਕ ਵਾਰ ਪਹਿਲਾਂ ਵੀ ਬਹੁਤ ਹੀ ਡਿਟੇਲ 'ਚ ਮੇਰੀ ਇੰਟਰਵਿਊ ਕੀਤੀ ਸੀਗੀ ਵੈਨ ਆਈ ਵਾਜ਼ ਅ ਵੈਰੀ ਨਿਊ MLA, ਅਤੇ ਅੱਜ ਤੁਸੀਂ ਇਹ ਮੌਕਾ ਦਿੱਤਾ ਅਤੇ ਮੈਂ ਵੀ ਤੁਹਾਡੀ ਬਹੁਤ ਸ਼ੁਕਰਗੁਜ਼ਾਰ ਹਾਂ। ਐਂਡ ਵਿਸ਼ਿੰਗ ਯੂ ਦ ਵੈਰੀ ਬੈਸਟ ਫॉर ਦੀ ਨਵਜੋਤ ਢਿੱਲੋਂ। ਥੈਂਕ ਯੂ ਸੋ ਮਚ। ਅਤੇ ਅਗਲੀ ਜਿਹੜੀ ਆਪਣੀ ਮੁਲਾਕਾਤ ਹੋਏਗੀ ਉਹ ਗੁਰਪ੍ਰੀਤ ਸਿੰਘ ਹੁਣਾਂ ਦੀ ਮੌਜੂਦਗੀ ਦੇ ਵਿੱਚ ਹੋਏਗੀ। ਲੈਟਸ ਸੀ। ਕੋਸ਼ਿਸ਼ ਕਰਾਂਗੇ ਕਿ ਇਸ ਵਾਲ 'ਤੇ ਗੁਰਪ੍ਰੀਤ ਸਿੰਘ ਹੁਣਾਂ ਨੂੰ ਵੀ ਇਹਨਾਂ ਦੇ ਨਾਲ ਲਿਆਂਦਾ ਜਾਏ ਅਤੇ ਕੁਝ ਹੋਰ ਖੁੱਲ੍ਹ ਕੇ ਗੱਲਾਂ ਹੋ ਸਕਣ। ਬਹੁਤ ਇੰਟਰਸਟਿੰਗ ਪਰਸਨ ਨੇ ਉਹ ਵੀ। ਖੈਰ, ਅੱਜ ਰਚਨਾ ਸਿੰਘ ਦੇ ਨਾਲ ਇੰਨੀ ਹੀ ਗੱਲਬਾਤ। ਰਚਨਾ ਜੀ, ਇੱਕ ਵਾਰੀ ਫਿਰ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ।